ਤੁਸੀਂ ਸਟੇਟ ਬੈਂਕ ਆਫ ਇੰਡੀਆ ਕੋਲ ਗਏ ਜੀ, ਕਿਹਾ ਜੀ ਇਸ ਤਰ੍ਹਾਂ ਹੈ, ਆ ਮੇਰੇ ਕੋਲ 2,500 ਦੀ ਇਕੁਇਟੀ ਹੈਗੀ ਹੈ, ਇਹਦੇ ਅਗੇਂਸਟ ਮੈਨੂੰ ਲੋਨ ਦੇ ਦਿਓ, ਮੈਂ ਇੱਕ ਹੋਰ ਪ੍ਰੋਜੈਕਟ ਲਾਉਣਾ। ਉਹ ਤੁਹਾਨੂੰ 75% ਜਾਂ 80% ਉਹਦੀ ਇਕੁਇਟੀ ਵੈਲਿਊ ਦੇ ਦੇਣਗੇ। ਉਹਨਾਂ ਨੇ ਤੁਹਾਨੂੰ 2,000 ਰੁਪਏ ਲੋਨ ਦੇ ਦਿੱਤਾ, ਤੁਸੀਂ ਹੋਰ ਕੋਈ ਕੰਪਨੀ ਲਾ ਲਈ, ਪੈਸੇ ਤਾਂ ਤੁਹਾਡੇ 100 ਰੁਪਏ ਹੀ ਸੀ, 100 ਤੇ ਤੁਹਾਡੇ 2,000 ਤੁਸੀਂ ਲੋਨ ਲੈ ਲਿਆ। ਇੱਦਾਂ ਹੀ ਲੋਨ ਤੇ ਲੋਨ ਲੈਂਦੇ ਗਏ, ਤੁਸੀਂ ਗਏ ਤੇ ਆਪਣੀਆਂ ਕੰਪਨੀਆਂ ਜਿਹੜੀਆਂ ਲਗਾਉਂਦੇ ਗਏ। ਸੋ ਤੁਸੀਂ ਹਵਾ 'ਚ ਹੀ ਪੈਸੇ ਕਮਾਉਂਦੇ ਗਏ, ਹਵਾ 'ਚ ਹੀ ਕ੍ਰੀਏਟ ਕਰਦੇ ਗਏ। ਟੋਪੀਆਂ ਘੁਮਾਉਣਾ ਕਹਿੰਦੇ। ਹੀ ਵਾਸ ਅ ਸਮਾਲ ਬਿਜ਼ਨਸਮੈਨ, ਕੋਈ ਇੰਨਾ ਵੱਡਾ ਐਂਟਰਪ੍ਰੇਨਿਓਰ ਨਹੀਂ ਸੀਗਾ ਵੀ ਦੁਨੀਆ ਦਾ 3rd ਰਿਚੈਸਟ ਪਰਸਨ ਬਣ ਜਾਊਗਾ ਰਾਤੋਂ ਰਾਤ। 2 ਸਾਲ 'ਚ 800% ਗਰੋਥ ਹੋ ਜਾਊਗੀ ਉਹਦੇ ਸ਼ੇਅਰਾਂ ਦੀ, ਔਰ ਜਦ ਕਿ ਇੰਡੀਅਨ ਇਕਨੋਮੀ ਸ਼ਰਿੰਕ ਕਰ ਰਹੀ ਹੈ, ਉਹਦੇ ਸ਼ੇਅਰ 800% ਵੱਧ ਰਹੇ ਨੇ। ਤੇ ਇੱਕ ਬੰਦਾ ਜਿਹੜੀ ਦੇਖੋ ਜਿਹਦੀ ਕੋਈ ਮਹਾਰਤਾ ਹੀ ਨਹੀਂ ਹੈ, ਜਿਹਦੀ ਕੋਈ ਸਪੈਸ਼ਲਾਈਜੇਸ਼ਨ ਨਹੀਂ ਹੈਗੀ ਇਹਦੇ 'ਚ, ਤੇ ਹਾਊ ਦਿਸ ਪਰਸਨ ਕੈਨ ਰਨ ਬਿਜ਼ਨਸ ਲਾਈਕ ਦਿਸ। ਔਰ ਜਦੋਂ ਤੁਸੀਂ ਪਿਛਲੇ ਪੈਟਰਨ ਕੱਢ ਕੇ ਦੇਖਦੇ ਹਾਂ ਤੇ ਪਤਾ ਲੱਗਦਾ ਵੀ ਜਦੋਂ ਮੋਦੀ ਜੀ ਨਾਲ ਜਾਂਦੇ ਸੀ ਨਾਲ ਜਾਂਦਾ ਸੀ, ਜੇ ਨਾਲ ਨਹੀਂ ਜਾਂਦਾ ਸੀਗਾ ਤੇ ਜਦੋਂ ਮੋਦੀ ਸਾਹਿਬ ਹੋ ਆਉਂਦੇ ਸੀ ਉਸ ਕੰਟਰੀ 'ਚ, ਅਗਲੇ ਹਫਤੇ ਫਿਰ ਵਿਜ਼ਿਟ ਕਰਦਾ ਸੀਗਾ ਫॉर ਸਾਈਨਿੰਗ ਦਾ ਪ੍ਰੋਜੈਕਟਸ, ਦੋਸ ਕਾਈਂਡ ਆਫ ਥਿੰਗਸ। ਦੇਖੋ ਸਰ, ਇਟ ਇਜ਼ ਇਮੇਜ ਆਫ ਇੰਡੀਆ ਆਲਸੋ। ਬੇਸਿਕਲੀ ਯੂ ਆਰ 3rd ਰਿਚੈਸਟ ਪਰਸਨ ਇਨ ਦ ਵਰਲਡ। ਤੇ ਜਦੋਂ ਇਨਕਮ ਟੈਕਸ ਦੀ ਗੱਲ ਆਉਂਦੀ ਆ ਤੇ ਉਹ ਪਹਿਲੇ 15 ਬੰਦਿਆਂ 'ਚ ਵੀ ਤੁਹਾਡਾ ਨੰਬਰ ਨਹੀਂ ਹੈਗਾ। ਜੇ ਤੁਸੀਂ ਕਹਿੰਦੇ ਜੀ ਮੇਰੀਆਂ ਆਹ ਕੰਪਨੀਆਂ ਨੇ, ਉਹਨਾਂ ਕੰਪਨੀਆਂ 'ਚ ਤੁਸੀਂ ਦੇਖੋ ਕਿ ਟੌਪ 10 ਬਿਗੇਸਟ ਪ੍ਰੋਫਿਟ ਮੇਕਿੰਗ ਕੰਪਨੀ ਇੰਡੀਆ ਦੀਆਂ, ਉਹਦੇ 'ਚ ਨੰਬਰ ਵੀ ਨਹੀਂ ਆਉਂਦਾ ਹੈਗਾ। ਜਦੋਂ ਪ੍ਰਾਈਮ ਮਿਨਿਸਟਰ ਅਗਲੇ ਦਾ ਦੋਸਤ ਹੋਏ, ਇਹਦੀ ਜਾਂਚ ਕੌਣ ਕਰੇਗਾ? ਸੇਲਸਮੈਨ। ਦੋਸਤ ਵੀ ਨਾ ਹੋਏ, ਸੇਲਸਮੈਨ। ਇੰਡੀਅਨ ਬਿਲੀਅਨਰ ਗੌਤਮ ਅਦਾਨੀ ਪਿਛਲੇ ਕੁਝ ਦਿਨਾਂ ਤੋਂ ਅਖਬਾਰਾਂ 'ਚ ਛਾਏ ਹੋਏ ਨੇ ਅਤੇ ਕੁਝ ਰਿਪੋਰਟਾਂ ਆਉਣ ਤੋਂ ਬਾਅਦ ਉਹਨਾਂ ਦੇ ਅੰਪਾਇਰ ਦਾ ਜਿੰਨਾ ਨੁਕਸਾਨ ਕੁਝ ਦਿਨਾਂ 'ਚ ਹੀ ਹੋਇਆ, ਉਸ ਦੀ ਮਿਸਾਲ ਕਾਰਪੋਰੇਟ ਵਰਲਡ 'ਚ ਹੋਰ ਸ਼ਾਇਦ ਨਹੀਂ ਮਿਲਦੀ। ਇਹ ਸਾਰਾ ਕੁਝ ਕਿਵੇਂ ਹੋਇਆ, ਕਿਵੇਂ ਉਹਨਾਂ ਨੇ ਆਪਣਾ ਅੰਪਾਇਰ ਖੜਾ ਕੀਤਾ, ਉਸ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਤੇ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਅੱਜ ਸੁਰਿੰਦਰਪਾਲ ਸਿੰਘ ਨੇ, ਜਿਹੜੇ ਕਿ ਇਕਨੋਮਿਕ ਤੇ ਫਾਈਨੈਂਸ਼ੀਅਲ ਮੁੱਦਿਆਂ ਦੇ ਉੱਤੇ ਕਮੈਂਟ ਕਰਦੇ ਨੇ। ਸੁਰਿੰਦਰਪਾਲ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਥੈਂਕ ਯੂ ਸ਼ਮੀਲ ਜੀ, ਆਪ ਜੀ ਦਾ ਸ਼ੁਕਰੀਆ। ਤੇ ਇਹ ਪਹਿਲਾਂ ਇੱਕ ਆਮ ਬੰਦੇ ਦੇ ਮਨ 'ਚ ਸਵਾਲ ਇਹ ਪੈਦਾ ਹੁੰਦਾ, ਇਹ ਖਬਰਾਂ ਤੇ ਹਰ ਕੋਈ ਪੜ੍ਹ ਰਿਹਾ ਕਿ ਜੀ ਉਹਦਾ ਨੁਕਸਾਨ ਹੋ ਗਿਆ, ਉਹ ਬਹੁਤ ਅਮੀਰ ਹੋ ਗਿਆ, ਤੇ ਹਿੰਡਨਬਰਗ ਨੇ ਜੋ ਰਿਪੋਰਟ ਜਾਰੀ ਕੀਤੀ ਹੈ ਉਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ। ਪਰ ਆਮ ਬੰਦੇ ਨੂੰ ਇਹ ਸਮਝਣਾ ਥੋੜ੍ਹਾ ਜਿਹਾ ਮੁਸ਼ਕਿਲ ਲੱਗਦਾ ਕਿ ਕਿਵੇਂ ਉਸਨੇ ਮੈਨੀਪੂਲੇਟ ਕੀਤਾ ਮਾਰਕੀਟ ਨੂੰ, ਜਿਹਦੇ ਨਾਲ ਉਹਨੇ ਇੰਨਾ ਪੈਸਾ ਇਕੱਠਾ ਕੀਤਾ, ਤੇ ਜਿਸ ਗੱਲ ਨੂੰ ਹਿੰਡਨਬਰਗ ਵਾਲਿਆਂ ਨੇ ਐਕਸਪੋਜ਼ ਕੀਤਾ। ਥੋੜ੍ਹਾ ਜਿਹਾ ਉਸਨੂੰ ਸੌਖੀ ਭਾਸ਼ਾ 'ਚ ਐਕਸਪਲੇਨ ਕਰ ਸਕਦੇ ਹੋ? ਦੇਖੋ, ਜਦੋਂ ਵੀ ਕੋਈ ਕੰਪਨੀ ਪਬਲਿਕ ਲਿਸਟਡ ਹੁੰਦੀ ਆ, ਉਹਦੇ ਤੇ ਕੋਈ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਹੁੰਦਾ। ਜਿਵੇਂ ਇੰਡੀਆ 'ਚ ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਹੈ, ਉਹਨਾਂ ਦਾ ਇਹ ਰੂਲ ਹੈਗਾ ਵੀ ਕੋਈ ਵੀ ਪ੍ਰਮੋਟਰ ਜਿਹੜਾ ਹੈ ਉਹ 25% ਤੋਂ ਵੱਧ ਆਪਣੇ ਸ਼ੇਅਰ ਨਹੀਂ ਰੱਖ ਸਕਦਾ। ਸਪੋਜ਼ ਜਸਵੀਰ ਜੀ, ਤੁਸੀਂ ਕੋਈ ਕੰਪਨੀ ਬਣਾਈ, ਸ਼ਮੀਲ ਕੰਪਨੀ ਬਣਾ ਲਈ, ਸ਼ਮੀਲ ਐਂਡ ਕੰਪਨੀ, ਉਹਦੇ ਤੁਸੀਂ ਸ਼ੇਅਰ ਫਲੋਟ ਕਰਨੇ ਆ, 100 ਸ਼ੇਅਰ ਹੈਗੇ ਸਪੋਜ਼, ਔਰ ਮੰਨ ਲਓ ਕਿ ਇੱਕ ਸ਼ੇਅਰ 1 ਰੁਪਏ ਦਾ, ਠੀਕ ਹੈ, 100 ਰੁਪਏ ਦੀ ਇਕੁਇਟੀ ਹੋ ਗਈ, ਤੇ ਤੁਸੀਂ 25 ਰੁਪਏ ਦੇ ਸ਼ੇਅਰ ਆਪਣੇ ਕੋਲ ਰੱਖ ਸਕਦੇ ਆ। ਹੁਣ ਤੁਸੀਂ ਕੀ ਕਰਦੇ ਆ ਕਿ 25 ਰੁਪਏ ਦੇ ਸ਼ੇਅਰ ਆਪਣੇ ਕੋਲ ਰੱਖ ਲਏ। 25 ਰੁਪਏ ਦੇ ਸ਼ੇਅਰ ਤੁਸੀਂ ਜਿਹੜਾ ਹੈ ਕਿਸੇ ਬੈਂਕ ਨੂੰ ਕਿਹਾ ਬਈ ਤੁਸੀਂ ਇਨਵੈਸਟਮੈਂਟ ਕਰ ਦਿਓ, ਕਿਸੇ ਹੋਰ ਪਬਲਿਕ ਸੈਕਟਰ ਅੰਡਰਟੇਕਿੰਗ ਜਿਵੇਂ LIC ਸੀਗੀ, ਉਹਨੂੰ ਕਿਹਾ ਤੁਸੀਂ ਲੈ ਲਓ, ਔਰ ਕੁਝ ਪੈਸੇ ਜਿਹੜੇ ਹੈ ਆਪਣੀ ਇੱਕ ਸ਼ੈਲ ਕੰਪਨੀ ਬਣਾ ਲਈ। ਤੁਸੀਂ ਕਿਸੇ ਆਪਣੇ ਦੋਸਤ ਨੂੰ ਕਿਹਾ ਵੀ ਤੈਨੂੰ ਪੈਸੇ ਮੈਂ ਦਿੰਦਾ ਆ, ਤੂੰ ਇਨਵੈਸਟਮੈਂਟ ਕਰ ਮੌਰੀਸ਼ੀਅਸ ਦੇ ਅੰਦਰ ਜਾਂ ਕਿਸੇ ਆਈਲੈਂਡ ਦੇ ਅੰਦਰ, ਉਹਨੇ ਕੰਪਨੀ ਇਨਕੋਰਪੋਰੇਟ ਕਰ ਲਈ, ਉੱਥੋਂ ਕਰਾ ਲਏ। ਤੇ ਮੰਨ ਲਓ ਹੁਣ ਇਸ ਤਰ੍ਹਾਂ ਤੁਸੀਂ ਕਰਾ ਕੇ 80% ਪੈਸੇ ਤਾਂ ਤੁਸੀਂ ਜਿਹੜੇ ਹੈ ਆਪਦੇ ਪੈਸੇ ਕਮਾਏ ਆ, 20% ਤੁਹਾਡੇ ਪਬਲਿਕ ਦੇ ਪੈਸੇ ਆ, ਠੀਕ ਹੈ। ਤੇ ਹੁਣ ਤੁਹਾਡੇ ਜਿਹੜੀ ਡਿਮਾਂਡ ਸਪਲਾਈ ਦੀ ਗੱਲ ਹੈ, ਵੀ ਜਦੋਂ ਲੋਕਾਂ ਨੂੰ ਪਤਾ ਹੈ ਬਈ ਸ਼ਮੀਲ ਸਾਹਿਬ ਦੇ ਜਿਹੜੇ ਬੜੇ ਅੱਛੇ ਕੰਟੈਕਟ ਹੈਗੇ ਨੇ, ਟਰੂਡੋ ਸਾਹਿਬ ਨਾਲ ਹੈਗੇ ਨੇ, ਕੋਈ ਵੀ ਕੰਟਰੈਕਟ ਟਰੂਡੋ ਸਾਹਿਬ ਇਹਨਾਂ ਨੂੰ ਦੇ ਦੇਣਗੇ, ਤੇ ਤੁਸੀਂ ਕੋਈ ਹੁਣ ਕਹਿੰਦੇ ਜੀ ਮੈਂ ਤਾਂ ਕੋਈ 에ਅਰਪੋਰਟ ਖਰੀਦਣ ਲੱਗਾ, ਪੀਅਰਸਨ 에ਅਰਪੋਰਟ ਖਰੀਦਣ ਲੱਗਾ, ਤੇ ਲੋਕਾਂ ਨੂੰ ਲੱਗਦਾ ਵੀ ਸ਼ਮੀਲ ਸਾਹਿਬ ਦੇ ਚੰਗੇ ਕੰਟੈਕਟ ਵੀ ਹੈਗੇ ਆ, ਇਹਨਾਂ ਦੇ ਬੈਂਕਾਂ ਨਾਲ ਵੀ ਚੰਗੇ ਕੰਟੈਕਟ ਹੈਗੇ ਆ, ਹਰ ਬੰਦਾ ਤੁਹਾਡੀ ਕੰਪਨੀ 'ਚ ਇਨਵੈਸਟਮੈਂਟ ਕਰਨ ਦੀ ਕੋਸ਼ਿਸ਼ ਕਰੇਗਾ, ਠੀਕ ਹੈ। ਉਹ ਕੰਪਨੀ 'ਚ ਇਨਵੈਸਟਮੈਂਟ ਕਰੇਗਾ ਤਾਂ ਸ਼ੇਅਰ ਤਾਂ ਲਿਮਿਟਿਡ ਹੀ ਹੈਗੇ, 20% ਸ਼ੇਅਰ ਹੀ ਹੈਗੇ ਨੇ। ਨੈਚੁਰਲੀ ਗੱਲ ਹੈ, ਜਦੋਂ ਲਿਮਿਟਿਡ ਸ਼ੇਅਰ ਹੈਗੇ ਨੇ ਉਹਨਾਂ ਦੀ ਵੈਲਿਊ ਵੱਧ ਜਾਣੀ ਆ। ਤੇ ਤੁਸੀਂ ਜਿਹੜੇ 100 ਰੁਪਏ ਦੇ ਸ਼ੇਅਰ ਸੀਗੇ, 1 ਰੁਪਏ ਦਾ ਸ਼ੇਅਰ ਸੀ, ਟੋਟਲ 100 ਰੁਪਏ ਦੀ ਇਕੁਇਟੀ ਸੀਗੀ, ਉਹ ਜਿਹੜਾ 1 ਰੁਪਏ ਦਾ ਸ਼ੇਅਰ ਤੁਹਾਡਾ ਹੁਣ 50 ਰੁਪਏ ਦਾ ਹੋ ਗਿਆ। ਅੱਛਾ, ਠੀਕ ਹੈ, ਕਿਉਂਕਿ ਡਿਮਾਂਡ ਵੱਧ ਗਈ। ਤੇ ਹੁਣ ਬਾਕੀ ਜੇ ਪਬਲਿਕਲੀ ਡਿਮਾਂਡ ਵਧੀ ਹੈ ਤੇ ਤੁਹਾਡੇ ਵੀ ਸ਼ੇਅਰ ਜਿਹੜੇ 50-50 ਰੁਪਏ ਦੇ ਹੋ ਗਏ 1 ਰੁਪਏ ਵਾਲੇ, ਠੀਕ ਹੈ। ਹੁਣ ਬਾਕੀ ਤੁਹਾਡੇ ਕੋਲ ਜਿਹੜੇ 25 ਰੁਪਏ ਜਾਂ 50 ਰੁਪਏ ਦੇ ਸ਼ੇਅਰ ਤੁਹਾਡੇ ਆਪਣੇ ਸੀਗੇ, ਉਹ ਜੇ 50 ਰੁਪਏ ਦੀ ਵੈਲਿਊ ਹੋ ਗਈ ਤਾਂ 2,500 ਦੇ ਹੋ ਗਏ।
ਹੁਣ ਤੁਸੀਂ ਬੈਂਕ ਕੋਲ ਗਏ, ਤੁਸੀਂ ਸਟੇਟ ਬੈਂਕ ਆਫ ਇੰਡੀਆ ਕੋਲ ਗਏ ਜੀ, ਕਿਹਾ ਜੀ ਇਸ ਤਰ੍ਹਾਂ ਹੈ, ਆ ਮੇਰੇ ਕੋਲ 2,500 ਦੀ ਐਕੁਇਟੀ ਹੈਗੀ ਆ, ਇਹਦੇ ਅਗੇਂਸਟ ਮੈਨੂੰ ਲੋਨ ਦੇ ਦਿਓ, ਮੈਂ ਇੱਕ ਹੋਰ ਪ੍ਰੋਜੈਕਟ ਲਾਣਾ ਹੈ। ਤੇ ਉਹ ਤੁਹਾਨੂੰ 75% ਜਾਂ 80% ਉਹਦੀ ਐਕੁਇਟੀ ਵੈਲਿਊ ਦੇ ਦੇਣਗੇ। ਉਹਨਾਂ ਨੇ ਤੁਹਾਨੂੰ 2,000 ਰੁਪਏ ਲੋਨ ਦੇ ਦਿੱਤਾ, ਤੁਸੀਂ ਹੋਰ ਕੋਈ ਕੰਪਨੀ ਲਾ ਲਈ, ਪੈਸੇ ਤਾਂ ਤੁਹਾਡੇ 100 ਰੁਪਏ ਸੀ ਨਾ, 100 ਤੇ ਤੁਹਾਡੇ 2,000 ਤੁਸੀਂ ਲੋਨ ਲੈ ਲਿਆ। ਇਦਾਂ ਹੀ ਲੋਨ ਤੇ ਲੋਨ ਲੈਂਦੇ ਗਏ, ਤੁਸੀਂ ਗਏ ਤੇ ਆਪਣੀਆਂ ਕੰਪਨੀਆਂ ਜਿਹੜੀਆਂ ਲਗਾਉਂਦੇ ਗਏ। ਸੋ ਤੁਸੀਂ ਹਵਾ 'ਚ ਹੀ ਪੈਸੇ ਕਮਾਉਂਦੇ ਗਏ, ਹਵਾ 'ਚ ਹੀ ਕ੍ਰੀਏਟ ਕਰਦੇ। ਹਾਂਜੀ, ਟੋਪੀਆਂ ਘੁਮਾਉਣਾ ਕਹਿੰਦੇ, ਹਵਾ 'ਚ ਵੀ ਨਹੀਂ ਹੈ। ਦੇਖੋ ਸਰ, ਇਸ ਤਰ੍ਹਾਂ ਹੈ ਕਿ ਤੁਸੀਂ ਰੀਅਲ ਐਸਟ ਵੀ ਬਾਏ ਕੀਤੀ, ਤੁਸੀਂ ਹੁਣ ਪੀਅਰਸਨ 에ਅਰਪੋਰਟ ਵੀ ਬਾਏ ਕੀਤਾ, ਜਾਂ ਅਡਾਨੀ ਸਾਹਿਬ ਨੇ, ਤੁਸੀਂ ਅਡਾਨੀ ਸਾਹਿਬ ਦੀ ਗੱਲ ਕਰ ਰਹੇ ਹੋ, ਉਹਨਾਂ ਦੇ ਹਵਾਲੇ ਦੱਸ ਦਿਆਂ, ਉਹਨਾਂ ਨੇ ਪੋਰਟਸ ਵੀ ਬਾਏ ਕੀਤੇ ਆ, 에ਅਰਪੋਰਟਸ ਵੀ ਬਾਏ ਕੀਤੇ ਆ, ਬੰਦਰਗਾਹਾਂ ਹੈਗੀਆਂ ਨੇ, ਹੋਰ ਕੋਲ ਮਾਈਨਸ ਹੈਗੀਆਂ ਨੇ, ਹੋਰ ਪ੍ਰੋਜੈਕਟ ਹੈਗੇ ਨੇ, ਪਰ ਲੇਕਿਨ ਉਹਦੇ 'ਚ ਆਪਣਾ ਪੈਸਾ ਜਿਹੜਾ ਹੈ ਉਹ ਘੱਟ ਹੈ, ਬੈਂਕਾਂ ਦਾ ਲੋਨ ਜ਼ਿਆਦਾ ਆ। ਔਰ ਤੀਸਰੀ ਗੱਲ ਜਿਹੜਾ ਹੈ ਕਿ ਉਹ ਬਾਹਰੋਂ ਪੈਸਾ ਆਇਆ ਹੋਇਆ, ਜਿਵੇਂ ਮੌਰੀਸ਼ੀਅਸ ਤੋਂ ਜਾਂ ਹੋਰ ਆਈਲੈਂਡਸ ਤੋਂ ਆਇਆ ਹੋਇਆ ਪੈਸਾ, ਆਪਣਾ ਹੀ ਬਲੈਕ ਮਨੀ ਕਮਾਈ ਹੋਈ ਆ, ਉਹ ਹੈਗਾ। ਉਹ ਓਕੇ, ਸੋ ਜਿਹੜੀਆਂ ਉਹ ਸ਼ੈਲ ਕੰਪਨੀਜ਼ ਬਣਾਈਆਂ ਨੇ ਬਾਹਰਲੇ ਮੁਲਕਾਂ 'ਚ, ਜੀ, ਉਹ ਵੀ ਜਿਹੜਾ ਕੋਈ ਇੰਡੀਆ 'ਚੋਂ ਹੀ ਜਿਹੜਾ ਉਹਨਾਂ ਦਾ ਆਪਣਾ ਪੈਸਾ ਡਾਇਰੈਕਟਲੀ ਇਨਡਾਇਰੈਕਟਲੀ ਜੀ ਉਸ ਨੂੰ ਆਪਣੀ ਹੀ ਕੰਪਨੀ 'ਚ ਇਨਵੈਸਟ ਕਰ ਲਿਆ ਦੁਬਾਰਾ। ਹਾਂਜੀ, ਬਿਲਕੁਲ। ਉਹਨਾਂ ਦੇ ਭਰਾ ਦਾ ਨਾਂ ਹੈ ਵਿਨੋਦ ਅਡਾਨੀ, ਵੱਡੇ ਭਰਾ ਦਾ ਨਾਂ ਹੈ। ਉਹਦੀ ਕੰਪਨੀ ਮੌਰੀਸ਼ੀਅਸ ਦੇ ਅੰਦਰ ਨੇ, ਉਸ ਕੰਪਨੀ ਦਾ ਹਵਾਲਾ ਵੀ ਦਿੱਤਾ ਹਿੰਡਨਬਰਗ ਰਿਪੋਰਟ ਨੇ। ਤੇ ਉਹ ਕੰਪਨੀ ਦੇ ਜੋ ਤੁਸੀਂ ਰਿਕਾਰਡ ਖੋਲਦੇ ਆ, ਕੋਈ ਮੌਰੀਸ਼ੀਅਸ ਦੇ ਕੰਪਨੀ ਹੈਗੀ ਆ, ਕਈ ਕੰਪਨੀਆਂ ਨੇ, ਉਹਨਾਂ ਦੀ 99 ਜੇ ਮੌਰੀਸ਼ੀਅਸ ਕੋਈ ਕੰਪਨੀ XYG, 99% ਉਹਦੀ ਇਨਵੈਸਟਮੈਂਟ ਸਿਰਫ ਅਡਾਨੀ 'ਚ ਹੀ ਆ। ਓਕੇ, ਦੈਟ ਟੈਲਸ ਯੂ ਕਿ ਦਿਸ ਇਜ਼ ਅ ਬਾਇਸ ਇੰਟਰਸਟ, ਕਿ ਇਹਦੇ ਅੰਦਰ ਕੁਛ ਨਾ ਕੁਛ ਕਾਲਾ ਜ਼ਰੂਰ ਹੈਗਾ ਆ, ਤੇ ਆਪਦੇ ਹੀ ਪੈਸੇ ਜਿਹੜੇ ਘੁਮਾ ਕੇ ਉੱਥੇ ਲਾਏ ਹੋਏ ਆ। ਸੋ ਉਹਦਾ ਜਿਹੜਾ ਸਾਰੇ ਦਾ ਸਾਰਾ ਕਾਰੋਬਾਰ ਹੈ ਉਹ ਇਸੇ ਮਾਡਲ ਦੇ ਉੱਤੇ ਖੜਾ ਹੋਇਆ ਕਿ ਜਾਂ ਉਸ ਦੇ ਸਾਰੇ ਬਿਜ਼ਨਸ ਦਾ ਇਹ ਜਸਟ ਇੱਕ ਹਿੱਸਾ? ਦੇਖੋ ਸਰ, ਹੀ ਵਾਜ਼ ਅ ਸਮਾਲ ਬਿਜ਼ਨਸਮੈਨ, ਕੋਈ ਇੰਨਾ ਵੱਡਾ ਐਂਟਰਪ੍ਰੈਨਿਓਰ ਨਹੀਂ ਸੀਗਾ ਵੀ ਦੁਨੀਆ ਦਾ 3rd ਰਿਚੈਸਟ ਪਰਸਨ ਬਣ ਜਾਊਗਾ ਰਾਤੋਂ ਰਾਤ। 2 ਸਾਲ 'ਚ 800% ਗਰੋਥ ਹੋ ਜਾਊਗੀ ਉਹਦੇ ਸ਼ੇਅਰਾਂ ਦੀ, ਔਰ ਜਦ ਕਿ ਇੰਡੀਅਨ ਇਕਨੋਮੀ ਸ਼ਰਿੰਕ ਕਰ ਰਹੀ ਆ, ਉਹਦੇ ਸ਼ੇਅਰ 800% ਵਧ ਰਹੇ ਨੇ। ਔਰ ਕੋਈ ਇਹੋ ਜਿਹੀ ਗੱਲ ਵੀ ਨਹੀਂ ਕਿ ਬਿਜ਼ਨਸ ਮਾਡਲ ਇਹੋ ਜਿਹਾ ਜਿਵੇਂ ਇਲਨ ਮਸਕ ਨੇ ਕੋਈ ਜੀ ਇਲੈਕਟ੍ਰਿਕ ਵਹੀਕਲ ਕੱਢਤਾ, ਜਾਂ ਬਿਲ ਗੇਟਸ ਨੇ ਕੋਈ ਆਪਰੇਟਿੰਗ ਸਿਸਟਮ ਮਾਈਕਰੋਸਾਫਟ ਕੱਢ ਦਿੱਤਾ। ਇਸ ਤਰ੍ਹਾਂ ਦੀ ਤੇ ਕੋਈ ਕਾਰਡ ਉਹਨਾਂ ਕੋਲ ਹੈ ਨਹੀਂ, ਤੇ ਨਾ ਹੀ ਕੋਈ ਇੰਨੇ ਉਹ ਸਮਾਰਟ ਬਿਜ਼ਨਸਮੈਨ ਜਿਸ ਤਰ੍ਹਾਂ ਕਿ ਕਹਿ ਲਓ ਵਾਰਨ ਬਫੇ ਹੈਗੇ, ਜਿਹੜੇ ਕਿ ਡਿਫਰੈਂਟ ਸਟ੍ਰੈਟਜੀਜ਼ ਯੂਜ਼ ਕਰਦੇ ਨੇ। ਇਸ ਤਰ੍ਹਾਂ ਦੀ ਵੀ ਗੱਲ ਨਹੀਂ ਹੈਗੀ। ਤੇ ਇੱਕ ਅੱਛਾ ਬਿਜ਼ਨਸਮੈਨ ਸੀਗਾ, ਇਹ ਨਹੀਂ ਕਿ ਉਹ ਮਤਲਬ ਰਾਤੋਂ ਰਾਤ ਬਣਿਆ, ਵੀ ਇਹ ਨਹੀਂ ਕਿ ਵੀ ਮਤਲਬ ਕਹਿ ਲਓ ਕਿ ਹੀ ਵਾਜ਼ ਅਰਨਿੰਗ ਨਥਿੰਗ ਔਰ ਰਾਤੋਂ ਰਾਤ ਜਿਹੜੇ ਹੈ ਬਿਲੀਅਨਰ ਬਣ ਗਿਆ। ਹੀ ਵਾਜ਼ ਅ ਨਾਰਮਲ ਬਿਜ਼ਨਸਮੈਨ ਟਿਲ ਈਅਰ 2002, ਜਦੋਂ ਮੋਦੀ ਸਾਹਿਬ ਆਏ ਆ ਪਾਵਰ 'ਚ, ਤੇ ਇਹਨਾਂ ਨੇ ਗੁਜਰਾਤ ਦੇ ਅੰਦਰ ਕਾਫੀ ਇਹਨਾਂ ਨੂੰ ਪ੍ਰੋਜੈਕਟਸ ਦਿੱਤੇ ਆ। ਔਰ ਉਸ ਤੋਂ ਬਾਅਦ 2014 ਤੋਂ ਬਾਅਦ ਵੀ ਜਦੋਂ ਆਏ ਆ, ਤੇ ਕਾਫੀ ਜਿਹੜਾ ਆਲ ਓਵਰ ਇੰਡੀਆ ਜਿਹੜੇ ਇਹਨਾਂ ਨੂੰ ਪ੍ਰੋਜੈਕਟ, ਨਾਟ ਆਲ ਓਵਰ ਇੰਡੀਆ, ਇਨਫੈਕਟ ਦੇ ਸੇ ਮੋਦੀ ਵਾਜ਼ ਦੁਨੀਆ ਭਰ 'ਚ, ਹਾਂਜੀ ਦੁਨੀਆ ਭਰ ਵਰਕਿੰਗ ਲਾਈਕ ਅ ਸੇਲਸਮੈਨ ਫॉर ਹਿਮ। ਚਾਹੇ ਆਸਟ੍ਰੇਲੀਆ ਦੇ ਅੰਦਰ ਕੋਲ ਮਾਈਨਸ ਦਾ ਪ੍ਰੋਜੈਕਟ ਹੈਗਾ, ਚਾਹੇ ਸ਼੍ਰੀਲੰਕਾ 'ਚ ਪਾਵਰ ਪ੍ਰੋਜੈਕਟ ਹੈਗਾ, ਚਾਹੇ ਬੰਗਲਾਦੇਸ਼ ਦਾ ਪਾਵਰ ਪ੍ਰੋਜੈਕਟ ਹੈ। ਤੇ ਇੱਕ ਬੰਦਾ ਜਿਹੜੀ ਦੇਖੋ ਜਿਹਦੀ ਕੋਈ ਮਹਾਰਤਾ ਹੀ ਨਹੀਂ ਹੈ, ਜਿਹਦੀ ਕੋਈ ਸਪੈਸ਼ਲਾਈਜ਼ੇਸ਼ਨ ਨਹੀਂ ਹੈਗੀ ਇਹਦੇ 'ਚ, ਤੇ ਹਾਊ ਦਿਸ ਪਰਸਨ ਕੈਨ ਰਨ ਬਿਜ਼ਨਸ ਲਾਈਕ ਦਿਸ। ਔਰ ਜਦੋਂ ਤੁਸੀਂ ਪਿਛਲੇ ਪੈਟਰਨ ਕੱਢ ਕੇ ਦੇਖਦੇ ਆ, ਤੇ ਪਤਾ ਲੱਗਦਾ ਵੀ ਜਦੋਂ ਮੋਦੀ ਜੀ ਨਾਲ ਜਾਂਦੇ ਸੀ ਨਾਲ ਜਾਂਦਾ ਸੀ, ਜੇ ਨਾਲ ਨਹੀਂ ਜਾਂਦਾ ਸੀਗਾ ਤੇ ਜਦੋਂ ਮੋਦੀ ਸਾਹਿਬ ਹੋ ਆਉਂਦੇ ਸੀ ਉਸ ਕੰਟਰੀ 'ਚ, ਅਗਲੇ ਹਫਤੇ ਫਿਰ ਵਿਜ਼ਿਟ ਕਰਦਾ ਸੀਗਾ ਫॉर ਸਾਈਨਿੰਗ ਦਾ ਪ੍ਰੋਜੈਕਟਸ, ਦੋਸ ਕਾਈਂਡ ਆਫ ਥਿੰਗਸ। ਸੋ ਦੈਟ ਟੈਲਸ ਯੂ ਕਿ ਦਿਸ ਵਾਸ ਸੋ ਜਿਹੜੀ ਹੁਣ ਆਪਾਂ ਆਉਂਦੇ ਹਾਂ ਦੂਜੇ ਪਾਸੇ, ਜਿਹੜੀ ਰਿਪੋਰਟ ਜਿੱਥੋਂ ਇਹ ਸਾਰੀ ਕਹਾਣੀ ਵਿਗੜੀ ਜੀ, ਹਿੰਡਨਬਰਗ ਦੀ ਜਿਹੜੀ ਰਿਪੋਰਟ ਹੈ, ਪਹਿਲਾਂ ਤਾਂ ਥੋੜਾ ਜਿਹਾ ਉਸ ਫਰਮ ਬਾਰੇ ਦੱਸੋ, ਹਿੰਡਨਬਰਗ ਕੀ ਹੈ? ਹਿੰਡਨਬਰਗ ਇਜ਼ ਅ ਸ਼ਾਰਟ ਸੈਲਿੰਗ ਕੰਪਨੀ ਸਰ। ਉਹਨੂੰ ਕਹਿੰਦੇ ਆਪਣੇ ਆਪ ਨੂੰ ਬੇਸ਼ੱਕ ਰਿਸਰਚ ਕੰਪਨੀ ਹੈ, ਇਹ ਸ਼ਾਰਟ ਸੈਲ ਕਰਦੇ ਆ ਸਰ। ਸ਼ਾਰਟ ਸੈਲ ਤੋਂ ਕੀ ਭਾਵ ਆ? ਮੰਨ ਲਓ ਦੇਖੋ, ਤੁਸੀਂ ਸਟਾਕ ਮਾਰਕੀਟ 'ਚ ਇਨਵੈਸਟਮੈਂਟ ਕਰਨਾ ਦੋ ਤਰੀਕੇ ਨੇ, ਆਈਦਰ ਬੁੱਲ ਔਰ ਬੀਅਰ। ਬੁੱਲ ਮਾਰਕੀਟ ਸਪੋਜ਼ ਤੁਹਾਡਾ ਅੱਜ ਸ਼ਮੀਲ ਟ੍ਰੇਡਿੰਗ ਕੰਪਨੀ ਤੁਹਾਡੀ ਹੈਗੀ ਆ, ਉਹਦਾ ਸ਼ੇਅਰ 100 ਰੁਪਏ ਦਾ ਹੈਗਾ, ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਕੱਲ ਨੂੰ ਕੰਪਨੀ ਬਹੁਤ ਵਧੀਆ ਕੰਮ ਕਰ ਰਹੀ ਹੈ, 100 ਵਾਲਾ 200 ਦਾ ਹੋ ਜਾਏਗਾ, ਨੈਚੁਰਲੀ ਮੈਂ ਤੁਹਾਡਾ ਸ਼ੇਅਰ ਬਾਏ ਕਰੂੰਗਾ, ਵੀ ਮੇਰੇ 100 ਦੇ 200 ਬਣ ਜਾਣਗੇ। ਪਰ ਦੂਜੇ ਪਾਸੇ ਸ਼ਾਰਟ ਸੈਲਿੰਗ ਵਾਲਾ ਕੀ ਕਰਦਾ, ਜੇ ਮੈਨੂੰ ਇਹ ਲੱਗਦਾ ਵੀ ਇਹ 100 ਰੁਪਏ ਦਾ ਜਿਹੜਾ ਇਹਨਾਂ ਸ਼ੇਅਰ ਹੈ, ਇਹ 'ਚ ਐਵੇਂ ਹਵਾ ਭਰੀ ਹੋਈ ਆ, ਇਹ 100 ਵਾਲਾ ਸ਼ੇਅਰ ਜਿਹੜਾ ਹੈ ਕੱਲ ਨੂੰ $20 ਦਾ ਹੋ ਜਾਣਾ। ਤੇ ਹੁਣ ਮੈਂ ਇੰਤਜ਼ਾਰ ਥੋੜਾ ਕਰਾਂਗਾ ਵੀ 20 ਹੋ ਜਾਏ ਤਾਂ ਮੈਂ ਖਰੀਦਾਂਗਾ, ਤੇ ਮੈਂ $100 ਤੇ ਉਹਨੂੰ ਸ਼ਾਰਟ ਸੈਲ ਕਰ ਦਿਆਂਗਾ। ਮੈਂ ਕਹਿੰਦਾ ਚੰਗਾ ਜੀ, ਮੈਂ ਇਹ ਸ਼ਾਰਟ ਸੈਲ ਕੀਤਾ $100 ਤੇ ਕੱਲ ਨੂੰ ਜੇ 20 ਦਾ ਹੋਇਆ ਤੇ ਮੈਨੂੰ ਫਿਰ ਉਹ ਕੰਪਨੀ $80 ਦੇਊਗੀ, ਸ਼ਾਰਟ ਸੈਲਿੰਗ ਕੰਪਨੀ। ਅੱਛਾ, ਤੇ ਇਹ ਜਿਹੜੀ ਕੰਪਨੀ ਹੈ ਹਿੰਡਨਬਰਗ, ਇਹ ਸ਼ਾਰਟ ਸੈਲਿੰਗ ਕੰਪਨੀ ਹੈ। ਆਬਵੀਅਸਲੀ ਇਹਦਾ ਆਪਣਾ ਬਾਇਸ ਇੰਟਰਸਟ ਵੀ ਹੈਗਾ ਆ, ਪਰ ਲੇਕਿਨ ਕੱਲਾ ਬਾਇਸ ਇੰਟਰਸਟ ਨਹੀਂ ਹੈ। ਇੱਕ ਕਦੀ ਵੀ ਕੋਈ ਬੰਦਾ ਆਪਣਾ ਰਿਸਰਚ ਪਹਿਲਾਂ ਕਰਦਾ ਆ
ਫਿਰ ਉਹ 'ਚ ਇਨਵੈਸਟਮੈਂਟ ਕਰਦਾ ਹੈ। ਤੇ ਇਹਨਾਂ ਨੇ ਪਹਿਲਾਂ ਵੀ ਜਿਹੜੀਆਂ ਕਈ ਕੰਪਨੀਆਂ ਜਿਹੜੀ ਸ਼ਾਰਟ ਸੈਲਿੰਗ ਕੀਤੀਆਂ, ਜਿਸ ਨਿਕੋਲਾ ਇਜ਼ ਅ ਵੈਰੀ ਸਟਰੋਂਗ ਇਲੈਕਟ੍ਰਿਕ ਵਹੀਕਲ ਕੰਪਨੀ ਹੁੰਦੀ ਸੀ ਕਿਸੇ ਟਾਈਮ ਤੇ, ਔਰ ਬੜਾ ਪਾਵਰਫੁਲ ਕੰਪੀਟੀਸ਼ਨ ਤੁਸੀਂ ਕਹਿੰਦੇ ਟੈਸਲਾ ਨੂੰ ਦਿੰਦਾ ਸੀ, ਲੇਕਿਨ ਰਾਤੋਂ ਰਾਤ ਉਹ ਕੰਪਨੀ ਦੀ ਜਿਹੜੀ ਕੈਪੀਟੇਸ਼ਨ ਹੈ $34 ਬਿਲੀਅਨ ਤੋਂ $1.3 ਬਿਲੀਅਨ ਰਹਿ ਗਈ, ਜਦੋਂ ਪਤਾ ਲੱਗਾ ਵੀ ਐਵੇਂ ਹਵਾ ਭਰੀ ਹੋਈ ਹੈ। ਹੋਰ ਵੀ ਕਈ ਕੰਪਨੀ ਹੈਗੀਆਂ। ਸੋ ਪਹਿਲਾਂ ਇਹ ਹਵਾ ਕੱਢਦੇ ਨੇ ਕਿਸ ਚੀਜ਼ ਦੀ? ਹਵਾ ਸਰ, ਹਵਾ ਆਪਣੇ ਆਪ ਨਿਕਲ ਜਾਣੀ, ਹਵਾ ਨਿਕਲ ਜਾਣੀ ਔਰ ਇਹਨਾਂ ਨੂੰ ਹਵਾ ਮਿਲਣੀ ਹੈ ਜੀ। ਸੋ ਫਿਰ ਜਦੋਂ ਹੁਣ ਮੰਨਿਆ ਉਹਨੇ ਰਿਪੋਰਟ ਕਰ ਦਿੱਤੀ, ਦੈਨ ਫਿਰ ਉਹ ਕੁਝ ਹੀ ਦਿਨਾਂ 'ਚ $100 ਬਿਲੀਅਨ ਤੋਂ ਵੱਧ ਦਾ ਨੁਕਸਾਨ ਹੋ ਗਿਆ। ਉਹ ਨੁਕਸਾਨ ਕਿਵੇਂ ਹੋਇਆ, ਥੋੜਾ ਜਿਹਾ ਐਕਸਪਲੇਨ ਕਰ ਸਕੋ ਵੀ ਕੀ ਹੋਇਆ ਫਿਰ? ਉਹੀ ਸਰ, ਸ਼ੇਅਰ ਵੈਲਿਊ ਜਿਹੜੀ ਹੈ ਤੁਹਾਡੀ, ਰਾਤੋਂ ਰਾਤ ਜਿਹੜੀ ਕੋਈ ਕੰਪਨੀ ਦਾ ਸ਼ੇਅਰ, ਜੇ ਅਡਾਨੀ ਐਂਟਰਪ੍ਰਾਈਜ਼ ਦਾ ਸ਼ੇਅਰ $3000 ਰੁਪਏ ਦਾ ਸੀ, ਉਹ 1000 ਰੁਪਏ ਤੇ ਆ ਗਿਆ, ਤਾਂ 2/3 ਵੈਲਿਊ ਤੁਹਾਡੀ ਚਲੀ ਗਈ। 10 ਲੱਖ ਕਰੋੜ ਰੁਪਈਆ 24 ਜਨਵਰੀ ਤੋਂ ਬਾਅਦ ਆਪ ਪਿਛਲੇ 5-7 ਦਿਨਾਂ ਦੇ ਅੰਦਰ ਲੂਜ਼ ਕੀਤਾ। ਲੇਕਿਨ ਹੁਣ ਰਿਕਵਰੀ ਸ਼ੁਰੂ ਹੋਈ ਹੈ। ਹੁਣ ਰਿਕਵਰੀ ਵੀ ਇਦਾਂ ਸ਼ੁਰੂ ਹੋਈ ਆ ਕਿਉਂਕਿ ਜਿਹੜੇ ਪਬਲਿਕ ਦੇ ਸੀ ਉਹ ਤੇ ਵੇਚ ਕੇ ਲਾਂਭੇ ਹੋ ਗਏ। ਹੁਣ ਸ਼ੇਅਰਾਂ ਤੇ ਹੈਗੇ, ਸ਼ੇਅਰ ਜਿਹੜੇ ਮੋਸਟਲੀ ਇਹਨਾਂ ਦੇ ਆਪਣੀ ਸ਼ੈਲ ਕੰਪਨੀਆਂ ਦੇ ਨੇ ਜਾਂ ਬੈਂਕਾਂ ਦੇ ਨੇ। ਹੁਣ ਬੈਂਕ ਇਹੋ ਜਿਹੇ ਕਸੂਤੀ ਫਸੇ ਹੋਏ ਆ, ਜੇ ਉਹ ਸੈੱਲ ਕਰਨ ਤੇ ਉਹਨਾਂ ਨੇ ਅੱਗੇ ਪਲੱਜ ਕੀਤੇ ਹੋਏ ਨੇ ਤੇ ਹੋਰ ਵੈਲਿਊ ਥੱਲੇ ਜਾਏਗੀ। ਇਟਸ ਲਾਈਕ ਅ ਸ਼ੂਟਿੰਗ ਔਨ ਯੋਰ ਓਨ ਫੁੱਟ। ਸੋ ਇਹ ਆਪਣੇ ਪੈਰ ਤੇ ਕੁਹਾੜੀ ਮਾਰਨ ਨਾਲੋਂ ਚੰਗਾ ਹੈ ਬੈਂਕ ਚੁੱਪਚਾਪ ਬੈਠੇ ਆ ਵੀ ਇਹ ਵੈਲਿਊ ਵੱਧ ਲੈਣ ਤੋਂ ਫਿਰ ਆਸਤਾ ਤੋਂ ਬਾਹਰ ਨਿਕਲਾਂਗੇ। ਤੇ ਫਿਰ ਜਿਹੜਾ ਹੁਣ ਜਦੋਂ ਵੈਲਿਊ ਸ਼ੇਅਰ ਦੀ ਘਟ ਗਈ ਹੈ, ਇੰਨਾ ਵੱਡਾ ਇਹਦਾ ਨੁਕਸਾਨ ਹੋ ਗਿਆ ਜੀ, ਤੇ ਬੇਸਿਕਲੀ ਤੇ ਜੇ ਦੇਖਿਆ ਜਾਵੇ ਇਹ ਸਾਰਾ ਕੁਝ ਜਿਸ ਤਰ੍ਹਾਂ ਦੀ ਇਹ ਫਾਈਨੈਂਸ਼ੀਅਲ ਮਾਰਕੀਟ ਹੈ, ਇਹ ਹੈਗਾ ਤੇ ਸਾਰਾ ਕੁਝ ਡਿਜਿਟ ਹੀ ਨੇ ਤੇ ਹਾਂਜੀ, ਪੇਪਰ ਮਨੀ ਹੈ ਸਰ, ਪੇਪਰ ਮਨੀ ਹੈ। ਤੇ ਹੁਣ ਇਹਦੇ ਚੋਂ ਜਿੰਨਾ ਨੁਕਸਾਨ ਹੋਇਆ, ਤੁਹਾਨੂੰ ਕੀ ਲੱਗਦਾ ਵੀ ਇਹ ਸਾਰਾ ਕਾਸੇ ਦੀ ਰਿਕਵਰੀ ਹੋ ਸਕਦੀ ਹੈ ਕਿ ਜਾਂ ਇਹ ਹੈ ਕਿ ਥੋੜੀ ਬਹੁਤ ਰਿਕਵਰੀ ਹੋਏਗੀ? ਕਿਉਂਕਿ ਇੱਕ ਵਾਰ ਇਹਦੇ 'ਚ ਜਿਹੜਾ ਇਮੇਜ ਹੈ, ਪਰਸੈਪਸ਼ਨ ਹੈ, ਉਹ ਵੀ ਬੜੀ ਮੈਟਰ ਕਰਦੀ ਹੈ ਇਸ ਮਾਮਲੇ 'ਚ, ਇਸ ਮਾਰਕੀਟ 'ਚ ਖਾਸ ਕਰਕੇ। ਦੇਖੋ ਸਰ, ਇਟ ਇਜ਼ ਦ ਇਮੇਜ ਆਫ ਇੰਡੀਆ ਆਲਸੋ। ਬੇਸਿਕਲੀ ਯੂ ਆਰ ਅ ਥਰਡ ਰਿਚੈਸਟ ਪਰਸਨ ਇਨ ਦ ਵਰਲਡ। ਤੇ ਜਦੋਂ ਇਨਕਮ ਟੈਕਸ ਦੀ ਗੱਲ ਆਉਂਦੀ ਆ ਤੇ ਉਹ ਪਹਿਲੇ 15 ਬੰਦਿਆਂ 'ਚ ਵੀ ਤੁਹਾਡਾ ਨੰਬਰ ਨਹੀਂ ਹੈਗਾ। ਜੇ ਤੁਸੀਂ ਕਹਿੰਦੇ ਜੀ ਮੇਰੀਆਂ ਆਹ ਕੰਪਨੀਆਂ ਨੇ, ਉਹਨਾਂ ਕੰਪਨੀਆਂ 'ਚ ਤੁਸੀਂ ਦੇਖੋ ਕਿ ਟੌਪ 10 ਬਿਗੇਸਟ ਪ੍ਰੋਫਿਟ ਮੇਕਿੰਗ ਕੰਪਨੀ ਇੰਡੀਆ ਦੀਆਂ, ਉਹਦੇ 'ਚ ਨੰਬਰ ਵੀ ਨਹੀਂ ਆਉਂਦਾ ਹੈਗਾ। ਸੋ ਇਟ ਵਾਜ਼ ਆਲ ਸ਼ੇਅਰ ਕੈਪੀਟਲਾਈਜੇਸ਼ਨ। ਲੇਕਿਨ ਹੈਵਿੰਗ ਸੈਡ ਦਿਸ ਥਿੰਗ, ਇਹ ਕੋਈ ਨਵੀਂ ਗੱਲ ਨਹੀਂ ਸਰ। ਤੁਹਾਨੂੰ ਯਾਦ ਹੋਏਗਾ ਜਦੋਂ VP ਸਿੰਘ ਵਾਜ਼ ਏ ਫਾਈਨੈਂਸ ਮਿਨਿਸਟਰ, ਉਸ ਟਾਈਮ ਇੱਕ ਰਿਲਾਇੰਸ ਇੰਡਸਟਰੀ, ਧੀਰੂਭਾਈ ਅੰਬਾਨੀ ਜਿਹੜੇ ਮੁਕੇਸ਼ ਅੰਬਾਨੀ ਦੇ ਫਾਦਰ, ਇੱਕ ਇਸ਼ੂ ਚੱਲਿਆ ਸੀਗਾ, ਨੁਸਲੀ ਵਾੜੀਆ ਬੰਬੇ ਡਾਈਂਗ ਕੰਪਨੀ ਨੂੰ ਤਬਾਹ ਕਰਤਾ ਸੀ ਇਹਨਾਂ ਨੇ। ਇੰਡੀਅਨ ਐਕਸਪ੍ਰੈਸ ਵਾਜ਼ ਦੀ ਫਰੰਟ ਰਨਰ ਟੂ ਰਨ ਦਿਸ ਸਟੋਰੀ। VP ਸਿੰਘ ਵਾਜ਼ ਅ ਫਾਈਨੈਂਸ ਮਿਨਿਸਟਰ। ਉਸ ਟਾਈਮ ਫੋਰਨ ਐਕਸਚੇਂਜ ਰੂਲਸ ਤੇ ਕਈ ਰੇਟਸ ਪਈਆਂ ਸੀਗੀਆਂ, ਲੇਕਿਨ ਤੁਸੀਂ ਦੇਖੋ ਅੰਬਾਨੀ ਗਰੁੱਪ ਕੇਮ ਆਊਟ ਆਫ ਦੈਟ। ਉਹ ਗੱਲ ਅਲੱਗ ਹੈ ਕਿ ਉਹ ਤੇ ਹੁਣ ਹੱਥ ਪਾਉਣ ਵਾਲਾ ਕੋਈ ਕੰਪਨੀ ਹੈ ਨਹੀਂ, ਚਾਹੇ ਕਾਂਗਰਸ ਹੋਏ। ਇਵਨ ਕਾਂਗਰਸ ਇਜ਼ ਇਕੁਅਲੀ ਕਰਪਟ। ਜੇ ਤੁਸੀਂ ਕਹੋ ਵੀ ਇਹ ਦੁੱਧ ਦੇ ਧੁਲੇ ਹੋਏ ਆ ਦੂਜੀ ਪਾਰਟੀਆਂ, ਸਾਰੀਆਂ ਇੱਕੋ ਜਿਹੀਆਂ ਹੈਗੀਆਂ। ਸੋ ਦੇਰ ਆਰ ਫਿਊ ਪੀਪਲ ਹੂ ਰਨ ਦਿਸ ਕਾਈਂਡ ਆਫ ਕਾਰਪੋਰੇਟ ਆਪਣੀ ਮਰਜ਼ੀ ਨਾਲ। ਪਰ ਜਿਹੜੀ ਇਹ ਸਾਰੀ ਪ੍ਰੈਕਟਿਸ ਸੀ, ਇਹਦੀ ਜਿਹੜਾ ਕੰਮ ਕਰਨ ਦਾ ਤਰੀਕਾ ਸੀ, ਜਿਹੜਾ ਵੀ ਤੁਸੀਂ ਐਕਸਪਲੇਨ ਕੀਤਾ, ਇਹ ਕੋਈ ਇਹ ਤਾਂ ਹੈ ਨਹੀਂ ਕਿ ਬਹੁਤ ਯੂਨੀਕ ਹੈ, ਇਕੱਲਾ ਇਹ ਹੀ ਪ੍ਰੈਕਟਿਸ ਕਰ ਰਿਹਾ। ਕਾਰਪੋਰੇਟ ਵਰਲਡ 'ਚ ਬੜੀ ਇਹ ਕਾਮਨ ਪ੍ਰੈਕਟਿਸ ਹੈ। ਇਸ ਤੋਂ ਪਹਿਲਾਂ 2003 ਜਾਂ 4 'ਚ ਕੇਤਨ ਪਾਰੇਖ ਨੇ ਇਦਾਂ ਹੀ ਆਪਣੇ ਸ਼ੇਅਰਸ ਇਨਫਲੇਟ ਕਰਕੇ ਕੀਤੇ ਸੀ। ਅੱਛਾ, ਕੇਤਨ ਪਾਰੇਖ ਇਜ਼ ਆਲਸੋ ਵਨ ਆਫ ਦਾ ਡਾਇਰੈਕਟਰ ਇਨ ਇਸ ਕੰਪਨੀ, ਜਿਹੜਾ ਕਿ ਉੱਥੋਂ ਇੰਡੀਆ ਤੋਂ ਭੱਜਿਆ ਹੋਇਆ। ਉਹਨੇ ਵੀ ਪਹਿਲਾਂ ਇਹ ਕੰਮ ਕੀਤਾ ਹੈ। ਉਹ ਪਿਛਲੇ 15 ਸਾਲ ਤੋਂ ਇੰਗਲੈਂਡ ਰਹਿੰਦਾ ਹੈ। ਹੀ ਇਜ਼ ਅ ਡਾਇਰੈਕਟਰ ਆਲਸੋ। ਇਹ ਰਿਹਾ ਨਹੀਂ ਕਿ ਇਹਨਾਂ ਨੂੰ ਅਡਾਨੀ ਸਾਹਿਬ ਨੂੰ ਨਹੀਂ ਪਤਾ ਹੈਗਾ। ਫਿਰ ਸੇਬੀ ਦੇ ਡਾਇਰੈਕਟਰ ਜਿਹੜੇ ਨੇ, ਇੱਕ ਸੇਬੀ ਦੇ ਡਾਇਰੈਕਟਰ, ਇਹਨਾਂ ਦੀ ਸਮਝਣ ਹੈਗੀ ਆ। ਸੋ ਦਿਸ ਇਜ਼ ਲਾਈਕ ਦੇਰ ਇਜ਼ ਅ ਲੋਟ ਆਫ ਕਨਫਲਿਕਟ ਆਫ ਇੰਟਰਸਟ। ਤੇ ਇਹਦੇ 'ਚ ਸਵਾਲ ਇਹ ਹੈ ਸਰ ਕਿ ਤੁਸੀਂ ਕਿਹੜੀ ਰੈਗੂਲੇਟਰੀ ਬੋਡੀ ਨੂੰ ਕਹੋਗੇ ਕਿ ਜਿਹੜੀ ਇਹਨਾਂ ਤੇ ਜਿਹੜੀ ਤੁਸੀਂ ਕਹੋਗੇ ਜਾਂਚ। ਜਦੋਂ ਪ੍ਰਾਈਮ ਮਿਨਿਸਟਰ ਅਗਲੇ ਦਾ ਦੋਸਤ ਹੋਏ, ਇਹਦੀ ਜਾਂਚ ਕੌਣ ਕਰੇਗਾ? ਸੇਲਸਮੈਨ ਜੀ। ਦੋਸਤ ਵੀ ਨਾ ਹੋਏ, ਸੇਲਸਮੈਨ। ਜੀ ਸਰ। ਤਾਂ ਫਿਰ ਇਹ ਜਿਹੜੀ ਸਾਰੀ ਸਿਚੁਏਸ਼ਨ ਹੈ, ਇਹਦੇ 'ਚ ਹੁਣ ਪਤਾ ਨਹੀਂ ਅੱਗੇ, ਕਿਉਂਕਿ ਇਸ ਵੇਲੇ ਤਾਂ ਸਵਾਲ ਹੈ ਕਿ ਉਹਦੀ ਜਾਂਚ ਕੌਣ ਕਰੇਗਾ। ਜਾਂਚ ਕਰਨ ਦੀ ਕਿਸੇ ਕੋਲ ਕੋਈ ਹਿੰਮਤ ਹੈ ਨਹੀਂ ਹੁਣ, ਕਿਉਂਕਿ ਅਗਲੇ ਦੀ ਗਵਰਨਮੈਂਟ ਹੈ। ਤੇ ਤੁਹਾਡੀ ਕੀ ਅੰਡਰਸਟੈਂਡਿੰਗ ਹੈ ਕਿ ਜਿਹੜਾ ਇਸ ਵੇਲੇ ਕ੍ਰਾਈਸਿਸ ਹੈ, ਇਹਦੇ 'ਚੋਂ ਇਹ ਨਿਕਲ ਪਾਏਗਾ ਕਿ ਜਾਂ ਇਹ ਡੈਮੇਜ ਇਹੋ ਜਿਹਾ ਹੋ ਗਿਆ ਕਿ ਵੀ ਉਸ ਲੈਵਲ 'ਤੇ ਨਾ ਜਾ ਸਕੇ ਦੁਬਾਰਾ? ਦੇਖੋ ਸਰ, ਇਟ ਆਲ ਡਿਪੈਂਡਸ ਕਿ ਹਾਊ ਥਿੰਗਸ ਅਨਫੋਲਡ। ਜਿਵੇਂ JPC ਦੀ ਡਿਮਾਂਡ ਕਰ ਰਹੀ ਹੈ ਪਾਰਲੀਮੈਂਟ, ਜੁਆਇੰਟ ਪਾਰਲੀਮੈਂਟ ਕਮੇਟੀ। ਤੁਹਾਨੂੰ ਯਾਦ ਹੈ ਇੱਕ ਫੇਅਰਫੈਕਸ ਸਕੈਂਡਲ ਹੋਇਆ ਸੀਗਾ ਰਾਜੀਵ ਗਾਂਧੀ ਦੇ ਟਾਈਮ, ਬੋਫੋਰਡ ਸਕੈਂਡਲ ਸੀਗਾ। ਉਹਦੇ 'ਚ ਵੀ JPC ਨੇ ਆਪਣਾ ਇਨਵੈਸਟੀਗੇਟ ਕੀਤਾ ਸੀਗਾ, ਲੇਕਿਨ ਰਾਜੀਵ ਗਾਂਧੀ ਨੂੰ ਹਰੀ ਝੰਡੀ ਦੇ ਦਿੱਤੀ ਸੀ। ਮਤਲਬ ਉਹਨਾਂ ਨੂੰ ਕੋਈ ਚਾਰਜ ਨਹੀਂ ਲੱਗੇ ਸੀਗੇ।
ਲੇਕਿਨ ਉਸ ਤੋਂ ਬਾਅਦ ਫਿਰ ਤੁਹਾਨੂੰ ਯਾਦ ਹੋਏਗਾ ਇੱਕ ਕੋਲ ਸਕੈਮ ਹੋਇਆ ਸੀ, ਔਰ ਦੂਸਰਾ ਜਿਹੜਾ ਹੈ 2G ਸਕੈਮ ਹੋਇਆ ਸੀ, ਉੱਥੇ ਵੀ JPC ਬਣੀ ਸੀਗੀ, ਉਹ 'ਚ ਵੀ ਕੋਈ ਖਾਸ ਗੱਲ ਨਹੀਂ ਨਿਕਲੀ ਸੀਗੀ। ਇਸ ਤੋਂ ਪਹਿਲਾਂ 1992 ਹਰਸ਼ਦ ਮਹਿਤਾ ਸਕੈਂਡਲ ਹੋਇਆ ਸੀ, ਤਾਂ ਵੀ JPC ਬਣੀ ਸੀ, ਤਾਂ ਜ਼ਰੂਰ ਥੋੜ੍ਹਾ ਬਹੁਤ ਉਹਦਾ ਅਸਰ ਦੇਖਣ ਨੂੰ ਮਿਲੇ ਸੀਗੇ। ਤੇ ਇਹ ਡਿਪੈਂਡ ਕਰਦਾ ਹੈ ਕਿ ਹਾਊ JPC ਕਿਸ ਤਰ੍ਹਾਂ ਫਾਰਮ ਕੀਤੀ ਜਾਂਦੀ ਆ, JPC ਕੋਲ ਕਿੰਨੀਆਂ ਕਿ ਇਨਵੈਸਟੀਗੇਟਿਵ ਪਾਵਰਸ ਹੈਗੀਆਂ ਨੇ। ਇਨ ਪ੍ਰੈਜ਼ੈਂਟ ਸਟਰਕਚਰ SEBI ਆਈ ਡੋਂਟ ਥਿੰਕ ਸੋ ਇਜ਼ ਕੈਪੇਬਲ ਟੂ ਇਨਵੈਸਟੀਗੇਟ। ਸੋ ਹੁਣ ਤੋਂ ਬਲਕਿ ਮੇਰੇ ਖਿਆਲ ਇਹ ਵੀ ਕੋਸ਼ਿਸ਼ ਹੋਏਗੀ ਕਿ ਕਰੰਟ ਰਜੀਮ ਦੇ ਅੰਦਰ ਕੋਈ ਜਾਂਚ ਕਰਵਾ ਕੇ ਇੱਕ ਵਾਰ ਇਹਨੂੰ ਕਲੀਨ ਚਿੱਟ ਦੇ ਦਿੱਤੀ ਜਾਏ, ਇਹ ਕੋਸ਼ਿਸ਼ ਹੋਏਗੀ। ਪਰ ਇਹ ਚੀਜ਼ ਐਕਸਪੋਜ਼ ਤੇ ਹੋ ਗਈ ਹੈ, ਬਹੁਤ ਹੱਦ ਤੱਕ ਐਕਸਪੋਜ਼ ਹੈ ਸਰ। ਤੁਹਾਨੂੰ ਯਾਦ ਹੋਏਗਾ ਜਦੋਂ ਈਵਨ ਫਾਰਮਰ ਮੂਵਮੈਂਟ ਚੱਲਦਾ ਸੀਗਾ, ਉਦੋਂ ਜਦੋਂ ਇਹਨਾਂ ਨੇ ਕਹਿੰਦੇ ਸੀ ਵੀ ਸਾਡੀ ਇਹ ਫਸਲਾਂ ਲੈ ਲੈਣਗੇ, ਉਸ ਤੋਂ ਪਹਿਲੇ ਅਡਾਨੀ ਸਾਹਿਬ ਨੇ ਕਿੰਨੇ ਮੋਗੇ ਦੇ ਅੰਦਰ, ਇੱਥੇ ਪਾਣੀਪਤ ਕੋਲ ਜਿੱਥੇ ਰੇਲਵੇ ਲਾਈਨ ਵੀ ਸਿੱਧੀ ਜਾਂਦੀ ਸੀਗੀ, ਉੱਥੇ ਆਪਣੇ ਵੱਡੇ ਵੱਡੇ ਗੋਦਾਮ ਬਣਾ ਲਏ ਸੀਗੇ। ਉਹ ਜਦੋਂ ਇੱਕ ਬਿੱਲ ਪਾਸ ਹੋਇਆ ਹੀ ਨਹੀਂ ਹਜੇ, ਉਸ ਤੋਂ ਪਹਿਲਾਂ ਕਿਸ ਤਰ੍ਹਾਂ ਗੋਦਾਮ ਬਣਾ ਲਏ ਸੀਗੇ। ਤੇ ਸਰ ਦਿਸ ਇਜ਼, ਜਦ ਤੱਕ ਤੁਸੀਂ ਟਰਾਂਸਪੇਰੈਂਸੀ ਨਹੀਂ ਆਉਂਦੀ, ਟਰਾਂਸਪੇਰੈਂਸੀ ਜਿਹੜੀ ਸੋ ਆਖਰ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਹੋਇਆ, ਜਿਹਦੇ ਜਿਹੜੀਆਂ ਪਬਲਿਕ ਸੈਕਟਰ ਦੇ ਅਦਾਰੇ ਨੇ ਉਹਨਾਂ ਦਾ ਵੀ ਹੱਥ ਹੈ, ਇਹ ਸਾਰਾ ਕੁਝ ਜੋ ਕੁਝ ਵੀ ਹੋਇਆ ਇੱਕ ਬੜਾ ਵੱਡਾ ਸਕੈਂਡਲ ਹੈ। ਐਬਸੋਲੂਟਲੀ। ਸੋ ਇਹਦੇ 'ਚ ਇੱਕ ਲਿਹਾਜ਼ ਨਾਲ ਜਿਹੜਾ ਪੋਲੀਟੀਕਲ ਇਨਫਲੂਐਂਸ ਹੈ ਜੀ, ਉਸ ਨੂੰ ਬੇਸਿਕਲੀ ਇਹ ਜਿਹੜੀ ਪੋਲੀਟੀਕਲ ਕੈਪੀਟਲ ਹੈ ਉਸ ਨੂੰ ਇਨਵੈਸਟ ਕੀਤਾ ਗਿਆ, ਉਹਦੇ ਸਿਰ ਦੇ ਉੱਤੇ ਇਹ ਕੰਪਨੀ ਖੜੀ ਕੀਤੀ ਗਈ ਹੈ। ਸਰ ਪੋਲਿਟਿਕਸ ਚਲਦੀ ਹੀ ਇਹਨਾਂ ਸਿਰ ਤੇ, irrespective of any government. I don't blame BJP government, ਚਾਹੇ ਕਾਂਗਰਸ ਹੈ, ਚਾਹੇ BJP ਹੈ, ਚਾਹੇ ਕੋਈ ਹੋਰ ABC ਪਾਰਟੀ ਆਏਗੀ, ਇਟ ਇਜ਼ ਫੰਡਿੰਗ ਜਦ ਤੱਕ ਕਾਰਪੋਰੇਟ ਤੋਂ ਨਹੀਂ ਹੁੰਦੀ ਉੱਥੇ, ਉਹ ਪੋਲੀਟੀਕਲ ਪਾਰਟੀ ਦੀ ਐਗਜ਼ਿਸਟੈਂਸ ਹੀ ਨਹੀਂ ਹੈਗੀ ਆ। ਤੁਹਾਨੂੰ ਯਾਦ ਹੋਏਗਾ ਇੱਕ ਨੀਰਾ ਰਾਧੀਆ ਟੇਪਸ ਆਈਆਂ ਸੀ, ਆਈ ਡੋਂਟ ਨੋ ਯੂ ਲਿਸਨ ਟੂ ਦੈਟ অর ਨਾਟ। ਨੀਰਾ ਰਾਧੀਆ ਟੇਪਸ ਆਈਆਂ ਸੀ ਅੱਜ ਤੋਂ, ਉਦੋਂ ਮਨਮੋਹਨ ਸਿੰਘ ਦੀ ਸਰਕਾਰ ਸੀਗੀ, ਜਦੋਂ ਕੋਲ ਸਕੈਂਡਲ ਹੁੰਦਾ ਸੀ। ਮੈਨੂੰ ਜ਼ਰੂਰ ਟਾਈਮ ਮਿਲਿਆ, ਉਹ ਕਰੀਬ 100-150 ਘੰਟੇ ਦੀ ਟੇਪ ਸੀਗੀਆਂ। ਮੈਨੂੰ ਉਹਦੇ ਨਾਲ ਫਲੂ ਹੋਇਆ ਸੀ ਤੇ ਮੈਂ ਉਹ ਸਾਰੀਆਂ ਸੁਣੀਆਂ ਸਰ। ਮੁਕੇਸ਼ ਅੰਬਾਨੀ ਨਾਲ ਵੀ ਗੱਲਬਾਤ ਸੁਣੀ ਹੈ, ਰਤਨ ਟਾਟਾ ਨਾਲ ਵੀ ਗੱਲਬਾਤ ਸੁਣੀ ਹੈ, ਜਿਹੜਾ ਮਿਸਟਰ ਵਾਜਪਾਈ ਦੇ ਦਮਾਦ ਹੁੰਦੇ ਸੀ ਸਾਊਥ ਇੰਡੀਅਨ, ਉਹਦੇ ਨਾਲ ਸਾਰੀ ਗੱਲਬਾਤ ਸੁਣੀ ਹੈ, ਪ੍ਰਭੂ ਚੰਦ। ਸੋ ਦਿਸ ਇਜ਼ ਇਨ ਅ ਪਬਲਿਕ ਡੋਮੇਨ ਵੀ ਕਿਸ ਤਰ੍ਹਾਂ ਇਹ ਜਿਹੜੇ ਹੈ ਆਪਣੀ ਸਰਕਾਰਾਂ ਇਹ ਚਲਾਉਂਦੇ ਨੇ। ਤੇ ਇਹ ਬੇਸਿਕਲੀ ਜਿਹੜੇ ਧਨਾੜ ਆਦਮੀ ਨੇ, ਚਾਹੇ ABC ਹੈ, ਉਹ ਸਰਕਾਰਾਂ ਚਲਾਉਂਦੇ ਨੇ ਇਰਰਿਸਪੈਕਟਿਵ ਪੋਲੀਟੀਕਲ ਪਾਰਟੀ। ਸੋ ਇਹ ਤੇ ਖੈਰ ਹੁਣ ਜਿਵੇਂ ਓਪਨ ਕੁਐਸਚਨ ਹੈ ਕਿ ਇਹਦਾ ਪੋਲੀਟੀਕਲ ਇੰਪੈਕਟ ਕੀ ਹੁੰਦਾ ਤੇ ਕਿੰਨੀ ਕੁ ਦੇਰ ਇਹ ਇੰਡੀਅਨ ਮੀਡੀਆ 'ਚ ਚਰਚਾ ਦਾ ਵਿਸ਼ਾ ਰਹਿੰਦਾ, ਕਿ ਜਾਂ ਕੋਈ ਹੋਰ ਵੱਡਾ ਟੌਪਿਕ ਆ ਜਾਂਦਾ ਜਿਸ ਦੇ ਥੱਲੇ ਫਿਰ ਇਹ ਟੌਪਿਕ ਦਬਾ ਦਿੱਤਾ ਜਾਂਦਾ। ਪਰ ਬੜਾ ਸਾਫ਼ ਹੈ ਕਿ ਇਸ ਨੇ ਨਾ ਸਿਰਫ ਅਡਾਨੀ ਨੂੰ ਬਲਕਿ ਇੰਡੀਆ ਦਾ ਜਿਹੜਾ ਟੌਪ ਦਾ ਬਿਜ਼ਨਸਮੈਨ ਹੈ, ਜਿਹੜਾ ਗਲੋਬਲੀ ਜਿਹਨੇ ਆਪਣੀ ਪਛਾਣ ਬਣਾਈ ਹੈ, ਉਹਦੀਆਂ ਉਹ ਅੰਦਰੋਂ ਕੀ ਕਰ ਰਿਹਾ ਸੀ, ਉਸ ਚੀਜ਼ ਤੋਂ ਪਰਦਾ ਚੁੱਕਿਆ, ਜਿਹੜਾ ਇੰਡੀਅਨ ਕਾਰਪੋਰੇਟ ਜਗਤ ਤੇ ਵੀ ਬੜਾ ਵੱਡਾ ਧੱਬਾ ਹੈ। ਬਿਲਕੁਲ ਸਰ, ਆਈ ਥਿੰਕ ਇਹ 'ਚ ਇੰਡੀਅਨ ਸਾਡੇ ਜਿਹੜੀ ਆਪਣੀ ਇੰਡੀਆ ਦੀ ਇਮੇਜ ਹੈ ਉਸ 'ਤੇ ਵੀ ਕਾਫੀ ਧੱਬਾ ਲੱਗਦਾ ਹੈ। ਅਨਲੈਸ ਕਿ ਇੰਡੀਆ ਫੁੱਲੀ ਇਨਵੈਸਟੀਗੇਟ ਇਨਟੂ ਦਿਸ, ਦ ਗਵਰਨਮੈਂਟ ਆਫ ਇੰਡੀਆ ਇਨਵੈਸਟੀਗੇਟ ਇਨਟੂ ਦਿਸ, ਔਰ ਦੁੱਧ ਦਾ ਦੁੱਧ ਦਾ ਜਾਂ ਪਾਣੀ ਦਾ ਪਾਣੀ ਕਰੇਗੀ, ਤਾਂ ਜਿਹੜਾ ਹੈ ਇਹ ਗੱਲ ਤੋਂ ਤੁਸੀਂ ਨਿੱਤਰ ਕੇ ਆਓਗੇ। ਅਦਰਵਾਈਜ਼ ਤੁਹਾਨੂੰ ਆਪਣੀ ਰੇਟਿੰਗ 'ਤੇ ਵੀ ਕਾਫੀ ਫਰਕ ਪੈਂਦਾ। ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾਓ, ਅਡਾਨੀ ਸਾਹਿਬ ਸੈਕੰਡ ਰਿਚੈਸਟ ਪਰਸਨ ਔਰ ਥਰਡ ਰਿਚੈਸਟ ਪਰਸਨ ਇਨ ਵਰਲਡ, ਇੱਕ ਵੀ ਕੰਪਨੀ ਅਮਰੀਕਾ 'ਚ ਲਿਸਟਡ ਨਹੀਂ ਹੈਗੀ ਉਹਨਾਂ ਦੀ। ਇਹਨਾਂ ਨੂੰ ਛੱਡੋ, ਅੰਬਾਨੀ ਸਾਹਿਬ ਦੀ ਕਿਹੜੀ ਲਿਸਟਡ ਕੰਪਨੀ ਹੈ, ਰਿਲਾਇੰਸ ਦੀ ਕਿਹੜੀ ਕੰਪਨੀ ਇੱਥੇ ਹੈਗੀ ਆ ਜਿਹੜੀ ਕਿ ਅਮਰੀਕਾ 'ਚ ਲਿਸਟਡ ਹੈ। ਓਨਲੀ ਫਿਊ ਕੰਪਨੀਜ਼ ਆਰ ਲਿਸਟਡ, ਲਾਈਕ ਇਨਫੋਸਿਸ ਹੈ, HDFC ਬੈਂਕ ਹੈ, ਵੈਲ ਰਨ ਕੈਪੀਟਲ, ਟਾਟਾ ਮੋਟਰਸ ਹੁੰਦੀ ਸੀ, ਉਹ ਵੀ ਪਿਛਲੇ ਮਹੀਨੇ ਜਿਹੜੀ ਆ ਉਹ ਡੀਲਿਸਟ ਕਰਾ ਲਈ ਉਹਨਾਂ ਨੇ। ਤੇ ਉਹੀ ਕੰਪਨੀਆਂ ਇੱਥੇ ਲਿਸਟਡ ਹੁੰਦੀਆਂ ਨੇ ਜਿਹੜੀਆਂ ਕਿ ਟਰਾਂਸਪੇਰੈਂਸੀ ਹੈ, ਜਿਨ੍ਹਾਂ ਦੀ ਬੁੱਕਸ ਬਿਲਕੁਲ ਸਾਫ਼ ਹੈਗੀਆਂ ਨੇ। ਬਾਕੀ ਜਿਹੜਾ ਤੁਹਾਨੂੰ ਪਤਾ ਉੱਥੇ ਕਾਗਜ਼ 'ਤੇ ਤੁਸੀਂ ਪਹਾੜ ਬਣਾ ਲਓ, ਜਿੰਨੇ ਮਰਜ਼ੀ ਤੁਸੀਂ ਰਕਮ ਬਣਾ ਲਓ, ਉਹ ਬਣਾ ਸਕਦੇ ਤੁਸੀਂ। ਬਹੁਤ ਸ਼ੁਕਰੀਆ ਜੀ ਸੁਰਿੰਦਰਪਾਲ ਜੀ, ਇਸ ਇਸ਼ੂ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਸੌਖੇ ਤਰੀਕੇ ਨਾਲ ਇਸ ਇਸ਼ੂ ਨੂੰ ਐਕਸਪਲੇਨ ਕਰਨ ਲਈ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ।